सत श्री अकाल दोस्तों, वेलकम टू डोर स्टैप एजुकेशन पॉइंट। उम्मीद करदा तुसीं सारे बहुत ही वधिया होने आ। अज दी पैडागोजी दी क्लास विच कुछ प्रश्नां नूं समझांगे एंड ये जिहड़े प्रश्न हैगे ने जी ये तुहाडे प्रीवियस ईयर दे विचों ही लए गए ने। किते ना किते ये प्रश्न तुहाडे एग्जाम लई भी यूजफुल हैगे ने जेकर तुसीं इन्हां प्रश्नां नूं आप सॉल्व करन दी कोशिश करदे हो समझ के। शुरू करते हैं अज दी अपनी क्लास नूं। तुहाडा बहुता समां तां खराब नहीं करांगे एंड चैनल नूं सबसक्राइब जरूर कर लिओ, क्लास नूं लाइक भी कर दिओ। अज दा अपना जिहड़ा पहला प्रश्न है जिहदी आपां गल करांगे, कोगनेटिव डिवेलपमेंट मीनस बोधात्मक विकास दा मतलब की है। बोधात्मक जिहड़ा विकास हुंदा है, जेकर आपां इहदी गल करिए कि ये डिवेलपमेंट ऑफ इंटैलीजेंसी है, बुद्धि का विकास है, डिवेलपमेंट ऑफ चाइल्ड बच्चे का विकास है, या फिर डेवलपमेंट ऑफ फिजिकल स्किल शारीरिक हुनर का विकास है, या फिर ऑप्शन नंबर डी डेवलपमेंट ऑफ इंडिविजुअल व्यक्ति का विकास है। जेकर आप कोगनेटिव डिवेलपमेंट की गल करते हैं, इत्थे लिखा भी होया बोधात्मक विकास। बोधात्मक विकास तुहाडी इंटैलीजेंसी नाल संबंध रखता है। सो मैनूं नहीं लगता इस प्रश्न दे विच आपां नूं कोई डीपली जाना चाहिए है, क्योंकि चाइल्ड का जिहड़ा डेवलपमेंट हुंदा है इहदे विच आपां ओवरऑल डेवलपमेंट की गल करांगे, फिजिकल दे विच सिर्फ फिजिकल स्किल्स दी गल करांगे। जेकर आप गल करिए ऑप्शन नंबर ए दी, इहदे विच आपां इंटैलीजेंसी भाव कोगनेटिव की जो आप गल करते हैं इहदे विच आपां ऑप्शन नंबर ए नूं करांगे टिक ते आपां चलांगे अगले प्रश्न ते। अगला जिहड़ा प्रश्न है, चिल्ड्रन आर कैपेबल ऑफ फॉर्मिंग कंसैप्ट्स। बच्चे संकल्प बनाउण दे समर्थ हो जाते हैं। इहो जी किहड़ी एज आ जाती है जिहदे विच बच्चे जिहड़े हैगे आ ਉਹ कह सकते हैं कि ਜਿਹੜੇ कंसैप्ट ਹੁੰਦੇ ਆ ਉਹ ਬਣਾਉਣੇ ਸ਼ੁਰੂ ਕਰ ਦਿੰਦੇ ਆ। कि ਉਹ ਹੋਏਗਾ ਬਿਫੋਰ ਵਰਬਲਾਈਜੇਸ਼ਨ ਜ਼ੁਬਾਨੀ ਕਰਨ ਤੋਂ ਪਹਿਲਾਂ, ਜਾਂ ਫਿਰ ਸੂਨ ਆਫਟਰ ਵਰਬਲਾਈਜੇਸ਼ਨ ਜ਼ੁਬਾਨੀ ਕਰਨ ਤੋਂ ਤੁਰੰਤ ਬਾਅਦ, ਜਾਂ ਫਿਰ ਡਿਊਰਿੰਗ ਚਾਈਲਡਹੁੱਡ ਬਚਪਨ ਦੌਰਾਨ, ਜਾਂ ਫਿਰ ਆਫਟਰ ਚਾਈਲਡਹੁੱਡ ਬਚਪਨ ਤੋਂ ਬਾਅਦ। ਵੈਸੇ ਇਹਦਾ ਜਿਹੜਾ ਜਵਾਬ ਹੈਗਾ ਇਹ ਵੀ ਹੋ ਸਕਦਾ ਹੈ ਜ਼ੁਬਾਨੀ ਕਰਨ ਤੋਂ ਪਹਿਲਾਂ, ਜ਼ੁਬਾਨੀ ਕਰਨ ਤੋਂ ਤੁਰੰਤ ਬਾਅਦ। ਜਦੋਂ ਬੋਲਣਾ ਸਿੱਖ ਜਾਂਦੇ ਆ ਉਸ ਤੋਂ ਤੁਰੰਤ ਬਾਅਦ ਕੀ ਉਹ ਕੰਸੈਪਟ ਬਣਾਉਣਾ ਸਿੱਖ ਜਾਂਦੇ ਆ। ਸੋ ਇਹਦਾ ਜਵਾਬ ਹੋਊਗਾ नहीं। ऑप्शन नंबर तुसी ए नूं करोगे गलत एंड ऑप्शन नंबर बी भी गलत है। सून आफ्टर वर्बलाइजेशन जुबानीकरण तो तुरंत बाद भी गलत है जी। कि ऑप्शन नंबर सी सही हो सकता है ड्यूरिंग चाइल्डहुड पीरियड दे विच, या फिर आफ्टर चाइल्डहुड पीरियड। वैसे चाइल्डहुड पीरियड तो 2 साल की उम्र तो ही शुरुआत हो जाती है। मतलब ਇਹਦਾ मतलब ये तो नहीं है कि ਉਹਦੇ ਵਿੱਚ ही बच्चा ਜਿਹੜਾ ਹੈਗਾ ਉਹ ਦਿਮਾਗ ਵਿੱਚ ਕੰਸੈਪਟ ਬਣਨੇ ਸ਼ੁਰੂ ਹੋ ਜਾਂਦੇ ਆ। ਸੋ ਆਪਸ਼ਨ ਨੰਬਰ ਜਿਹੜਾ ਡੀ ਹੈ ਇਹੀ ਤੁਹਾਡਾ ਸਹੀ ਜਵਾਬ ਹੈ, ਜਿਹਨੂੰ ਤੁਸੀਂ ਕਰ ਸਕਦੇ ਹੋ ਟਿਕ ਤੇ। ਆਪਾਂ ਚੱਲਾਂਗੇ ਅਗਲੇ ਪ੍ਰਸ਼ਨ ਤੇ। ਅਗਲਾ ਜਿਹੜਾ ਪ੍ਰਸ਼ਨ ਹੈ, ਅਕੋਰਡਿੰਗ ਟੂ ਪਿਆਜੇ ਡਿਊਰਿੰਗ ਦ ਫਰਸਟ ਸਟੇਜ ਆਫ ਡਿਵੈਲਪਮੈਂਟ। ਆਪਾਂ ਜਨਮ ਤੋਂ ਲੈ ਕੇ 2 ਸਾਲਾਂ ਤੱਕ ਦੀ ਗੱਲ ਕਰ ਰਹੇ ਹਾਂ ਕਿ ਇੱਕ ਜਿਹੜਾ ਬੱਚਾ ਹੁੰਦਾ ਹੈ ਲਰਨਸ ਬੈਸਟ। ਪਿਆਜੇ ਦੇ ਅਨੁਸਾਰ ਵਿਕਾਸ ਦੇ ਪਹਿਲੇ ਪੜਾਅ ਜਨਮ ਤੋਂ 2 ਸਾਲ ਦੀ ਉਮਰ ਤੱਕ ਦੌਰਾਨ ਇੱਕ ਬੱਚਾ ਸਭ ਤੋਂ ਵਧੀਆ ਸਿੱਖਦਾ ਹੈ। ਕੀ ਸਿੱਖਦਾ ਹੈ, ਕਿਵੇਂ ਸਿੱਖਦਾ ਹੈ? ਬਾਈ ਯੂਜ਼ਿੰਗ ਦ ਸੈਂਸਿਸ, ਇੰਦਰੀਆਂ ਦੀ ਵਰਤੋਂ ਕਰਕੇ, ਜਾਂ ਫਿਰ ਆਪਸ਼ਨ ਨੰਬਰ ਬੀ ਬਾय ਕੰਪਰੀਹੈਂਡਿੰਗ ਨਿਊਟਰਲ ਵਰਡਸ, ਨਿਰਪੱਖ ਸ਼ਬਦਾਂ ਨੂੰ ਸਮਝ ਕੇ, ਜਾਂ ਫਿਰ ਆਪਸ਼ਨ ਨੰਬਰ ਸੀ ਬਾय ਥਿੰਕਿੰਗ ਇਨ ਐਨ ਅਬਸਟਰੈਕਟ ਫੈਸ਼ਨ, ਇੱਕ ਸੰਖੇਪ ਰੂਪ ਵਿੱਚ ਸੋਚ ਕੇ, ਜਾਂ ਫਿਰ ਆਪਸ਼ਨ ਨੰਬਰ ਡੀ ਬਾय ਅਪਲਾਈਂਗ ਨਿਊਲੀ ਐਕਵਾਇਰਡ ਨੌਲੇਜ ਆਫ ਦ ਲੈਂਗੁਏਜ, ਭਾਸ਼ਾ ਦੇ ਨਵੇਂ ਹਾਸਲ ਕੀਤੇ ਗਿਆਨ ਨੂੰ ਲਾਗੂ ਕਰਕੇ। ਜਨਮ ਤੋਂ ਲੈ ਕੇ 2 ਸਾਲਾਂ ਤੱਕ ਦੇ ਬੱਚੇ ਦੀ ਗੱਲ ਕਰਨੇ ਆ। ਸੋ ਇਸ टाइम पीरियड ਦੇ ਵਿੱਚ ਬੱਚੇ ਨੂੰ ਇੰਨੀ ਜ਼ਿਆਦਾ ਨੌਲੇਜ ਨਹੀਂ ਆਈ ਹੁੰਦੀ, ਨਾ ਹੀ ਉਹਨੇ ਭਾਸ਼ਾ ਸਿੱਖੀ ਹੁੰਦੀ ਹੈ। ਸੋ ਆਪਸ਼ਨ ਨੰਬਰ ਡੀ ਹੋ ਗਿਆ ਗਲਤ। ਜੇ ਆਪਾਂ ਆਪਸ਼ਨ ਨੰਬਰ ਸੀ ਦੀ ਗੱਲ ਕਰੀਏ, ਬਾय ਥਿੰਕਿੰਗ ਇਨ ਐਨ ਅਬਸਟਰੈਕਟ ਫੈਸ਼ਨ। ਵੈਸੇ ਦੋਸਤੋ ਪਿਆਜੇ ਦੀ ਥਿਊਰੀ ਵਿੱਚ ਇਹ ਸਟੇਜ ਤੁਹਾਨੂੰ ਚੌਥੇ ਨੰਬਰ ਤੇ ਵੇਖਣ ਨੂੰ ਮਿਲਦੀ ਹੈ, ਬਟ ਇਹਨਾਂ ਨੇ ਪਹਿਲੇ ਸਟੇਜ ਦੀ ਗੱਲ ਕੀਤੀ ਹੈ। ਆਪਸ਼ਨ ਨੰਬਰ ਬੀ ਵੀ ਗਲਤ ਹੈਗਾ ਜੀ, ਨਿਊਟਰਲ ਵਰਡਸ ਨੂੰ ਨਿਰਪੱਖ ਸ਼ਬਦਾਂ ਨੂੰ ਸਮਝ ਕੇ। ਆਪਸ਼ਨ ਨੰਬਰ ਤੁਹਾਡਾ ਇਹ ਸਹੀ ਹੈ ਜੀ। ਪਹਿਲੀ ਸਟੇਜ ਦੇ ਵਿੱਚ ਇਨਫੈਂਸੀ ਸੈਂਸਰੀ ਮੋਟਰ ਸਟੇਜ ਵੀ ਤੁਸੀਂ ਕਹਿ ਦਿੰਦੇ ਹੋ, ਇਨਫੈਂਸੀ ਸਟੇਜ ਜਾਂ ਫਿਰ ਸੈਂਸਰੀ ਮੋਟਰ ਸਟੇਜ। ਇਹਦੇ ਵਿੱਚ ਜਿਹੜਾ ਬੱਚਾ ਹੁੰਦਾ ਹੈ ਆਪਦੀਆਂ ਜਿਹੜੀਆਂ ਸੈਂਸਸ ਹੁੰਦੀਆਂ ਨੇ, ਗਿਆਨ ਇੰਦਰੀਆਂ ਹੁੰਦੀਆਂ ਨੇ, ਜਿਵੇਂ ਕਿ ਉਹਦੀਆਂ ਅੱਖਾਂ ਹੋ ਗਈਆਂ, ਕੰਨ ਹੋ ਗਏ, ਸਕਿਨ ਹੋ ਗਈ, ਟੰਗ ਹੋ ਗਈ, ਇਹਨਾਂ ਦੀ ਵਰਤੋਂ ਕਾਫੀ ਜ਼ਿਆਦਾ ਕਰਦਾ ਹੈ। ਸੋ ਆਪਸ਼ਨ ਨੰਬਰ ਏ ਨੂੰ ਤੁਸੀਂ ਕਰੋਗੇ ਟਿਕ ਤੇ। ਆਪਾਂ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਅਗਲਾ ਪ੍ਰਸ਼ਨ ਹੈ ਤੁਹਾਡੇ ਤੋਂ ਕੀ ਪੁੱਛ ਰਿਹਾ ਹੈ, ਚਿਲਡਰਨਸ ਥਿੰਕਿੰਗ ਇਜ਼ ਗਰਾਊਂਡਡ ਇਨ ਅ ਕੰਕਰੀਟ ਐਕਸਪੀਰੀਅੰਸ ਐਂਡ ਕੰਸੈਪਟ ਰੈਦਰ ਦੈਨ ਅਬਸਟ੍ਰੈਕਸ਼ਨ, इट इज़ स्टेज फ्रॉम। वैसे दोस्तों ये भी प्याजे की थ्योरी तो संबंधित ही प्रश्न हैगा। बच्चों की सोच अमूर्त की बजाय ठोस अनुभवों और संकल्पों में आधारित होंगी है। ये किहड़े पड़ाव में तुहानूं गल वेखण नूं मिलदी है? 7 ਤੋਂ 12, 12 ਤੋਂ अडल्टहुड तक, 2 ਤੋਂ 7, या फिर जन्म तो लैके 2 साल तक। कनक्रीट थिंकिंग की गल की जा रही है। कनक्रीट जिहड़े बच्चे की थिंकिंग हैगी आ ये डेवलप होनी शुरू हो जाती है 7 ਤੋਂ ਲੈ ਕੇ 11 ਜਾਂ ਫਿਰ 12 ਸਾਲ ਤੱਕ ਦੀ ਉਮਰ ਦੇ ਬੱਚਿਆਂ ਵਿੱਚ। ਸੋ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਂਸਰ। ਕਨਕਰੀਟ ਦੀ ਆਪਾਂ ਗੱਲ ਕਰ ਰਹੇ ਹਾਂ ਜਿਹੜੀਆਂ ਠੋਸ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਬੱਚਾ ਵੇਖ ਸਕਦਾ ਹੈ। ਸੋ ਉਹ ਜਿਹੜੇ ਐਕਸਪੀਰੀਅੰਸ ਹੁੰਦੇ ਨੇ, ਕਨਸੈਪਟ ਹੁੰਦੇ ਨੇ, ਉਹ ਡਿਵੈਲਪ ਹੋਣੇ ਸ਼ੁਰੂ ਹੋ ਜਾਂਦੇ ਆ ਰੈਦਰ ਦੈਨ ਅਬਸਟ੍ਰੈਕਸ਼ਨ। ਜਿਹੜੀਆਂ ਅਮੂਰਤ ਚੀਜ਼ਾਂ ਹੁੰਦੀਆਂ ਨੇ
ਉਹਨਾਂ ਦੀ ਬਜਾਏ ਗੱਲ ਕਰ ਰਿਹਾ। ਐਂਡ ਇਸ ਤੋਂ ਬਾਅਦ ਕਹਿ ਲਓ 12 ਸਾਲ ਦੀ ਉਮਰ ਤੋਂ ਬਾਅਦ ਅਡਲਟਹੁੱਡ ਤੱਕ ਇਹਦੇ ਵਿੱਚ ਬੱਚਾ ਅਬਸਟ੍ਰੈਕਸ਼ਨ ਵਾਲੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਜਾਂ ਫਿਰ ਜਿਹੜੀਆਂ ਵੀ ਚੀਜ਼ਾਂ ਹਾਈਪੋਥੈਟਿਕ ਡਿਡਕਟਿਵ ਰੀਜ਼ਨਿੰਗ ਜਿਹੜੀ ਹੁੰਦੀ ਹੈ ਉਹਦੀ ਡਿਵੈਲਪ ਹੋਣੀ ਸ਼ੁਰੂ ਹੋ ਜਾਂਦੀ ਹੈ, ਜਾਂ ਫਿਰ ਕਹਿ ਸਕਦੇ ਹਾਂ ਕਿ ਉਹਦੀ ਅਬਸਟ੍ਰੈਕਟ ਥਿੰਕਿੰਗ ਡਿਵੈਲਪ ਹੋਣੀ ਸ਼ੁਰੂ ਹੋ ਜਾਂਦੀ ਹੈ ਆਪਸ਼ਨ ਨੰਬਰ ਬੀ ਦੇ ਵਿੱਚ। ਕੁਐਸਚਨ ਦੇ ਅਕੋਰਡਿੰਗ ਆਪਸ਼ਨ ਨੰਬਰ ਏ ਨੂੰ ਤੁਸੀਂ ਕਰੋਗੇ ਟਿਕ। ਚਲਦੇ ਹਾਂ ਅਗਲੇ ਪ੍ਰਸ਼ਨ ਤੇ। ਅਗਲਾ ਜਿਹੜਾ ਪ੍ਰਸ਼ਨ ਹੈ, ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਅਮੰਗ ਦ 4 ਡਿਟਰਮੀਨੈਂਟਸ ਆਫ ਇੰਟੈਲੈਕਚੁਅਲ ਗਰੋਥ ਸਟੇਟਡ ਬਾय ਪਿਆਜੇ। ਪਿਆਜੇ ਨੇ ਮੇਨਲੀ ਗੱਲ ਕੀਤੀ ਸੀਗੀ ਕਿ ਇੰਟੈਲੈਕਚੁਅਲ ਗਰੋਥ ਨੂੰ ਪ੍ਰਭਾਵਿਤ ਕਰਨ ਵਾਲੇ ਕੁਝ 4 ਜਿਹੜੇ ਕਾਰਕ ਹੈਗੇ ਨੇ ਜੀ ਉਹ ਤੁਹਾਨੂੰ ਵੇਖਣ ਨੂੰ ਮਿਲਦੇ ਆ। ਐਂਡ ਉਹਨਾਂ 4 ਕਾਰਕਾਂ ਦੇ ਵਿੱਚੋਂ ਇਹੋ ਜਿਹਾ ਕਿਹੜਾ ਕਾਰਕ ਹੈ ਜਿਹੜਾ ਕਿ ਇਸ ਆਪਸ਼ਨ ਵਿੱਚ ਦਿੱਤਾ ਹੋਇਆ ਬਟ ਉਹ ਹੈ ਨਹੀਂਗਾ ਕਾਰਕ, ਉਹ ਕੀ ਉਹ ਸੋਸ਼ਲ ਟਰਾਂਸਮਿਸ਼ਨ ਹੈ, ਸਮਾਜਿਕ ਪ੍ਰਸਾਰਣ, ਆਪਸ਼ਨ ਨੰਬਰ ਬੀ ਐਕਸਪੀਰੀਅੰਸ ਅਨੁਭਵ, ਜਾਂ ਫਿਰ ਆਪਸ਼ਨ ਨੰਬਰ ਸੀ ਇਕੁਲਿਬ੍ਰੇਸ਼ਨ ਸੰਤੁਲਨ, ਜਾਂ ਫਿਰ ਨਨ ਆਫ ਥੀਸ। ਇਹਨਾਂ ਵਿੱਚੋਂ ਕੋਈ ਵੀ ਨਹੀਂ। ਸਹੀ ਜਵਾਬ ਦੀ ਆਪਾਂ ਗੱਲ ਕਰਾਂਗੇ ਐਂਡ ਜਿਹੜੇ 4 ਕਾਰਕ ਨੇ ਉਹਦੇ ਬਾਰੇ ਵੀ ਮੈਂ ਤੁਹਾਨੂੰ ਦੱਸੂਗਾ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਂਸਰ। ਬਾਕੀ ਜੇਕਰ ਆਪਾਂ ਗੱਲ ਕਰੀਏ ਐਕਸਪੀਰੀਅੰਸ ਤੇ ਇਕੁਲਿਬ੍ਰੀਅਮ ਦੀ, ਇਹ 4 ਕਾਰਕਾਂ ਦੇ ਵਿੱਚੋਂ ਦੋ ਜਿਹੜੇ ਕਾਰਕ ਹੈਗੇ ਨੇ ਜੀ ਇਹ ਤੁਹਾਨੂੰ ਵੇਖਣ ਨੂੰ ਮਿਲਦੇ ਆ। ਐਂਡ ਜਿਹੜਾ ਪਹਿਲਾ ਕਾਰਕ ਹੈਗਾ ਜੀ ਇਹ ਤੁਹਾਨੂੰ ਮਤਲਬ ਵੇਖਣ ਨੂੰ ਨਹੀਂ ਮਿਲਦਾ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਂਸਰ। ਐਂਡ ਉਹ 4 ਕਿਹੜੇ ਕਾਰਕ ਨੇ ਜਿਹੜੇ ਕਿ ਇੰਟੈਲੈਕਚੁਅਲ ਗਰੋਥ ਨੂੰ ਪ੍ਰਭਾਵਿਤ ਕਰਦੇ ਹੈਗੇ ਆ ਪਿਆਜੇ ਦੁਆਰਾ ਦਿੱਤੀ ਗਈ ਥਿਊਰੀ ਦੇ ਅਕੋਰਡਿੰਗ। ਸੋ ਉਹ ਜਿਹੜੇ 4 ਕਾਰਕ ਹੈਗੇ ਜੀ ਉਹ ਹੈ ਜੀ ਪਹਿਲੇ ਤੇ ਮੈਚੂਰੇਸ਼ਨ ਤੋਂ ਬਾਅਦ ਹੈਗੇ ਜੀ ਐਕਸਪੀਰੀਅੰਸ ਤੋਂ ਬਾਅਦ ਹੈ ਜੀ ਸੋਸ਼ਲ ਇੰਟਰੈਕਸ਼ਨ। ਐਂਡ ਉੱਥੇ ਆਪਸ਼ਨ ਵਿੱਚ ਕੀ ਲਿਖਿਆ ਹੋਇਆ ਸੀਗਾ ਸੋਸ਼ਲ ਟਰਾਂਸਮਿਸ਼ਨ। ਸੋਸ਼ਲ ਇੰਟਰੈਕਸ਼ਨ ਦੀ ਗੱਲ ਕੀਤੀ ਗਈ ਹੈ ਇੱਥੇ, ਸੋਸ਼ਲ ਇੰਟਰੈਕਸ਼ਨ ਐਂਡ ਇਕੁਲਿਬ੍ਰੇਸ਼ਨ। ਇਹ 4 ਹੀ ਚੀਜ਼ਾਂ ਕੀ ਹੈਗੀਆਂ ਨੇ ਜੀ, ਇਹ ਹੈਗੀਆਂ ਕਾਰਕ ਇੰਟੈਲੈਕਚੁਅਲ ਡਿਵੈਲਪਮੈਂਟ ਨੂੰ ਪ੍ਰਭਾਵਿਤ ਕਰਨ ਵਾਲੇ। ਆਪਸ਼ਨ ਨੰਬਰ ਇਹਦੇ ਵਿੱਚ ਕੀ ਸਹੀ ਜਵਾਬ ਸੀ? ਆਪਸ਼ਨ ਨੰਬਰ ਇਹਦੇ ਵਿੱਚ ਆਪਾਂ ਲਗਾਇਆ ਸੀਗਾ ਟਿਕ ਆਪਸ਼ਨ ਨੰਬਰ ਏ ਨੂੰ। ਆਪਾਂ ਇਸ ਦੇ ਨਾਲ ਹੀ ਚੱਲਦੇ ਹਾਂ ਅਗਲੀ ਪ੍ਰਸ਼ਨ ਤੇ। ਅਗਲਾ ਜਿਹੜਾ ਪ੍ਰਸ਼ਨ ਹੈ ਜੀ, ਦੋ ਆ ਨੰਬਰ ਆਫ ਸਾਈਕੋਲੋਜਿਸਟ ਲਾਈਕ ਫਰੋਇਡ, ਪਿਆਜੇ ਐਕਸਪਲੇਨ ਪਰਸਨੈਲਿਟੀ ਡਿਵੈਲਪਮੈਂਟ ਇਨ ਟਰਮਸ ਆਫ ਸਟੇजेस ਬਟ ਓਨਲੀ ਪਿਆਜੇ ਟਾਕਡ ਆਫ। ਕਹਿੰਦੇ ਕਈ ਮਨੋਵਿਗਿਆਨੀ ਹੈਗੇ ਨੇ ਜਿਵੇਂ ਕਿ ਫਰੋਇਡ ਹੋ ਗਏ, ਪਿਆਜੇ ਹੋ ਗਏ, ਇਹਨਾਂ ਨੇ ਪੜਾਵਾਂ ਦੀ ਗੱਲ ਕੀਤੀ ਹੈ ਜਿਵੇਂ ਕਿ ਕਿਸੇ ਬੰਦੇ ਦੀ ਪਰਸਨੈਲਿਟੀ ਦੇ ਵਿਕਾਸ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਨਾ, ਜਦੋਂ ਵੀ ਇਹਨਾਂ ਨੇ ਵਿਆਖਿਆ ਕੀਤੀ ਸੀਗੀ ਉਹਨਾਂ ਨੇ ਮੇਨਲੀ ਗੱਲ ਕੀਤੀ ਸੀਗੀ ਸਟੇजेस ਦੀ, ਪੜਾਵਾਂ ਦੀ ਗੱਲ ਕੀਤੀ ਸੀਗੀ। ਪਰ ਜਿਹੜੇ ਪਿਆਜੇ ਹੈਗੇ ਨੇ ਇਹਨਾਂ ਨੇ ਕੋਈ ਇੱਕ ਡਿਫਰੈਂਟ ਗੱਲ ਕੀਤੀ ਹੈ, ਉਹ ਕੀ ਸੀਗੀ? ਡਿਵੈਲਪਮੈਂਟਲ ਸਟੇजेस ਵਿਚ ਆਰ ਡਿਟਰਮਾਈਨਡ ਬਾय ਦ এনवायरमेंट, ਵਿਕਾਸ ਦੇ ਪੜਾਅ ਜੋ ਵਾਤਾਵਰਣ ਦੁਆਰਾ ਨਿਰਧਾਰਿਤ ਕੀਤੇ ਜਾਂਦੇ ਹਨ। ਆਪਸ਼ਨ ਨੰਬਰ ਬੀ ਰਿਸਟ੍ਰਿਕਟਡ ਇਫੈਕਟ ਆਫ ਸਟੇजेस ਟੂ अर्ਲੀ ਇਨਫੈਂਟ ਐਕਸਪੀਰੀਅੰਸ ਓਨਲੀ, ਪੜਾਵਾਂ ਦੇ ਸੀਮਿਤ ਪ੍ਰਭਾਵਾਂ ਨੂੰ ਸਿਰਫ ਸ਼ੁਰੂਆਤੀ ਬਾਲ ਅਨੁਭਵ ਤੱਕ। ਜਾਂ ਫਿਰ ਆਪਸ਼ਨ ਨੰਬਰ ਸੀ ਕੋਗਨੀਟਿਵ ਟਰਾਂਸਫਰਮੇਸ਼ਨ ਟੂ ਐਕਸਪਲੇਨ ਸਟੇजेस, ਪੜਾਵਾਂ ਦੀ ਵਿਆਖਿਆ ਕਰਨ ਲਈ ਬੋਧਾਤਮਕ ਪਰਿਵਰਤਨ। ਜਾਂ ਫਿਰ ਆਪਸ਼ਨ ਨੰਬਰ ਡੀ ਨਨ ਆਫ ਦਿਸ, ਇਹਨਾਂ ਵਿੱਚੋਂ ਕੋਈ ਨਹੀਂ। ਸਹੀ ਜਵਾਬ ਕੀ ਹੋਏਗਾ ਜੀ? ਜੇਕਰ ਆਪਾਂ ਪਿਆਜੇ ਦੀ ਗੱਲ ਨੂੰ ਯਾਦ ਕਰੀਏ, ਇਹਨਾਂ ਨੇ 4 ਸਟੇजेस ਦੀ ਗੱਲ ਤਾਂ ਕੀਤੀ ਹੀ ਸੀਗੀ ਬਟ ਉਹਨਾਂ ਨੇ ਇਹ ਵੀ ਗੱਲ ਕੀਤੀ ਸੀਗੀ ਕਿ ਹਰ ਸਟੇਜ ਦੇ ਵਿੱਚ ਤੁਹਾਨੂੰ ਜਿਹੜੀ ਚੇਂਜਸ ਵੇਖਣ ਨੂੰ ਮਿਲਦੀਆਂ ਨੇ ਉਹ ਕੋਗਨੀਸ਼ਨ ਕਰਕੇ ਵੇਖਣ ਨੂੰ ਮਿਲਦੀਆਂ ਨੇ, ਕੋਗਨੀਸ਼ਨ ਟਰਾਂਸਫਰਮੇਸ਼ਨ ਟੂ ਐਕਸਪਲੇਨ ਸਟੇजेस। ਤੋਂ ਇਹਨਾਂ ਨੇ ਇਹੀ ਗੱਲ ਕੀਤੀ ਸੀਗੀ ਬਾਕੀਆਂ ਦੇ ਮੁਕਾਬਲੇ, ਫਰੋਇਡ ਦੇ ਮੁਕਾਬਲੇ, ਮਤਲਬ ਕਿ ਇਹਨਾਂ ਨੇ ਥੋੜੀ ਜਿਹੀ ਡਿਫਰੈਂਟ ਗੱਲ ਕੀਤੀ ਸੀਗੀ। ਸਟੇजेस ਬਾਰੇ ਵੀ ਗੱਲ ਕੀਤੀ ਸੀਗੀ ਬਟ ਉਹਨਾਂ ਨੇ ਇਹ ਵੀ ਗੱਲ ਕੀਤੀ ਸੀ ਕਿ ਹਰ ਸਟੇਜ ਦੇ ਵਿੱਚ ਜਿਹੜਾ ਬੱਚਾ ਹੈ ਇਹਨਾਂ ਨੂੰ ਇਹਦੇ ਵਿੱਚ ਤੁਹਾਨੂੰ ਕੋਗਨੀਸ਼ਨ ਟਰਾਂਸਫਰਮੇਸ਼ਨ ਟੂ ਐਕਸਪਲੇਨ ਸਟੇजेस, ਪੜਾਵਾਂ ਦੀ ਵਿਆਖਿਆ ਕਰਨ ਲਈ ਬੋਧਾਤਮਕ ਪਰਿਵਰਤਨ ਹੈਗਾ ਜੀ, ਇਹਦੇ ਬਾਰੇ ਗੱਲ ਕੀਤੀ ਹੈ। ਆਪਸ਼ਨ ਨੰਬਰ ਸੀ ਨੂੰ ਕਰੋਗੇ ਟਿਕ। ਆਪਾਂ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਵਿਚ ਸਟੇਟਮੈਂਟ ਇਜ਼ ਨਾਟ ਟਰੂ ਅਬਾਊਟ ਇੰਟਰਸਟ, ਰੁਚੀ ਬਾਰੇ ਕਿਹੜਾ ਕਥਨ ਸਹੀ ਨਹੀਂ ਹੈ? ਵੈਸੇ ਇੱਥੇ 4 ਆਪਸ਼ਨ ਆਉਣੀਆਂ ਸੀਗੀਆਂ, ਚੌਥੀ ਆਪਸ਼ਨ ਮਿਸ ਹੋ ਗਈ ਹੋਣੀ ਆ ਬਟ ਚਲੋ ਆਪਾਂ 3 ਆਪਸ਼ਨਾਂ ਵਿੱਚ ਵੇਖ ਲੈਂਦੇ ਹਾਂ। ਇੰਟਰਸਟ ਆਰ ਆਈਨੇਟ ਐਂਡ ਐਕਵਾਇਰਡ, ਰੁਚੀਆਂ ਪੈਦਾਇਸ਼ੀ ਅਤੇ ਗ੍ਰਹਿਣ ਕੀਤੀਆਂ ਜਾਂਦੀਆਂ ਹਨ। ਆਪਸ਼ਨ ਨੰਬਰ ਬੀ ਇੰਟਰਸਟ ਚੇਂਜ ਵਿਦ ਟਾਈਮ, ਰੁਚੀਆਂ ਸਮੇਂ ਦੇ ਨਾਲ ਬਦਲਦੀਆਂ ਹਨ। ਜਾਂ ਫਿਰ ਆਪਸ਼ਨ ਨੰਬਰ ਸੀ ਇੰਟਰਸਟ ਆਰ ਨਾਟ ਅ ਰਿਫਲੈਕਸ਼ਨ ਆਫ ਅਟਰੈਕਸ਼ਨ ਐਂਡ ਅਵਰਜ਼ਨ ਇਨ ਬਿਹੇਵੀਅਰ, ਰੁਚੀਆਂ ਵਿਹਾਰ ਵਿੱਚ ਖਿੱਚ ਅਤੇ ਨਫ਼ਰਤ ਦਾ ਪ੍ਰਤੀਬਿੰਬ ਨਹੀਂ ਹਨ। ਇਹਦਾ ਜਵਾਬ ਕੀ ਹੋਏਗਾ ਜੀ? ਇਹਦਾ ਜਵਾਬ ਪਹਿਲਾ ਜਵਾਬ ਕੀ ਸਹੀ ਹੈ ਜੇਕਰ ਆਪਾਂ ਸਟੇਟਮੈਂਟ ਦੇ ਅਕੋਰਡਿੰਗ ਚੱਲੀਏ, ਜਾਂ ਫਿਰ ਆਪਾਂ ਨਹੀਂ ਵੀ ਚੱਲਦੇ ਹਾਂ ਕਿਉਂਕਿ ਇੱਥੇ ਇਹਨਾਂ ਨੇ ਲਿਖਿਆ ਹੋਇਆ ਨਾਟ। ਇੰਟਰਸਟ ਬਾਰੇ ਕਿਹੜੀ ਗੱਲ ਸਹੀ ਹੈ? ਇੰਟਰਸਟ ਬਾਰੇ ਪਹਿਲੀ ਗੱਲ ਤਾਂ ਸਹੀ ਹੈਗੀ ਆ ਕਿ ਜਿਹੜੇ ਆਪਣੀਆਂ ਰੁਚੀਆਂ ਹੁੰਦੀਆਂ ਹੈਗੀਆਂ ਨੇ ਜੀ ਇਹ ਆਈਨੇਟ ਵੀ ਹੁੰਦੀਆਂ ਨੇ, ਪੈਦਾਇਸ਼ੀ ਵੀ ਹੁੰਦੀਆਂ ਹੈਗੀਆਂ ਨੇ। ਐਂਡ ਇੰਟਰਸਟ ਚੇਂਜ ਵਿਦ ਟਾਈਮ, ਕੁਝ ਰੁਚੀਆਂ ਪੈਦਾਇਸ਼ੀ ਵੀ ਹੁੰਦੀਆਂ ਨੇ ਤੇ ਕੁਝ ਰੁਚੀਆਂ ਆਪਾਂ ਨੂੰ ਟਾਈਮ ਦੇ ਨਾਲ ਵੀ ਮਿਲ ਜਾਂਦੀਆਂ ਨੇ, ਟਾਈਮ ਦੇ ਨਾਲ ਚੇਂਜ ਹੋ ਜਾਂਦੀਆਂ ਨੇ। ਸੋ ਆਪਸ਼ਨ ਨੰਬਰ ਜੇ ਤੁਸੀਂ ਸੀ ਨੂੰ ਵੇਖਦੇ ਹੋ, ਇੰਟਰਸਟ ਆਰ ਨਾਟ ਰਿਫਲੈਕਸ਼ਨ ਆਫ ਅਟਰੈਕਸ਼ਨ ਐਂਡ ਅਵਰਜ਼ਨ ਇਨ ਬਿਹੇਵੀਅਰ, ਕਿ ਆਪਣੀ ਜਿਹੜੀਆਂ ਰੁਚੀਆਂ ਹੁੰਦੀਆਂ ਨੇ, ਰੁਚੀਆਂ ਵਿਵਹਾਰ ਵਿੱਚ ਖਿੱਚ ਅਤੇ ਨਫ਼ਰਤ ਦਾ ਪ੍ਰਤੀਬਿੰਬ ਨਹੀਂ ਹਨ।
ਹੁੰਦੀਆਂ ਹੈਗੀਆਂ ਨੇ ਜੀ। ਸੋ ਆਪਸ਼ਨ ਨੰਬਰ ਸੀ ਇਹਦਾ ਸਹੀ ਜਵਾਬ ਹੋਊਗਾ, ਕਿਉਂਕਿ ਇਹਨਾਂ ਨੇ ਇਹ ਸਟੇਟਮੈਂਟ ਗਲਤ ਲਿਖੀ ਹੋਈ ਹੈ, ਭਾਵ ਇੱਥੇ ਇਹਨਾਂ ਨੇ ਨੋਟ ਲਾਇਆ ਹੋਇਆ। ਜੇਕਰ ਇਹ ਨੋਟ ਨਾ ਲੱਗਿਆ ਹੁੰਦਾ ਨਾ ਫਿਰ ਇਹ ਤੁਹਾਡਾ ਜਵਾਬ ਇਹ ਵੀ ਸਹੀ ਹੋ ਜਾਣਾ ਸੀ। ਚੌਥੀ ਆਪਸ਼ਨ ਹੁੰਦੀ ਫਿਰ ਉਹ ਜਵਾਬ ਸਹੀ ਹੋ ਜਾਣਾ ਸੀਗਾ। ਸੋ ਆਪਸ਼ਨ ਨੰਬਰ ਜਿਹੜਾ ਸੀ ਹੈ, ਮਤਲਬ ਕਿ ਇੰਟਰਸਟ ਜਿਹੜਾ ਹੁੰਦਾ ਹੈ ਨਾ, ਜਿਹੜੀ ਰੁਚੀ ਹੁੰਦੀ ਹੈ, ਇਹ ਰਿਫਲੈਕਸ਼ਨ ਹੁੰਦੀ ਆ ਤੁਹਾਡੇ ਅਟਰੈਕਸ਼ਨ ਦੀ, ਬਟ ਇਹਨਾਂ ਨੇ ਇੱਥੇ ਨਹੀਂ ਲਿਖਿਆ ਹੋਇਆ। ਕੁਐਸਚਨ ਵਿੱਚ ਵੀ ਇਹੀ ਪੁੱਛਿਆ ਸੀਗਾ ਕਿ ਰੁਚੀ ਬਾਰੇ ਕਿਹੜੀ ਗੱਲ ਇੱਥੇ ਗਲਤ ਲਿਖੀ ਹੋਈ ਆ, ਕਿਹੜੀ ਗੱਲ ਸਹੀ ਨਹੀਂ ਲਿਖੀ ਹੋਈ। ਸੋ ਆਪਸ਼ਨ ਨੰਬਰ ਸੀ ਨੂੰ ਤੁਸੀਂ ਕਰੋਗੇ ਟਿਕ। ਤੇ ਆਪਾਂ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਅਗਲਾ ਪ੍ਰਸ਼ਨ ਜਿਹੜਾ ਹੈ ਇਹਦੇ ਬਾਰੇ ਆਪਾਂ ਗੱਲ ਕਰਦੇ ਹਾਂ, ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਐਨ ਐਗਜ਼ਾਮਪਲ ਆਫ ਕੰਕਰੀਟ ਕਨਸੈਪਟ। ਹੇਠ ਲਿਖਿਆਂ ਵਿੱਚੋਂ ਕਿਹੜਾ ਇੱਕ ਠੋਸ ਸੰਕਲਪ ਦੀ ਉਦਾਹਰਣ ਨਹੀਂ ਹੈ? ਚੇਅਰ ਹੈ, ਸੌਰੀ ਐਬਿਲਿਟੀ, ਯੋਗਤਾ ਜਿਹਨੂੰ ਕਹਿ ਸਕਦੇ ਹੋ, ਚੇਅਰ, ਫੋਰਸ, ਮੋਸ਼ਨ। ਇਹਦੇ ਵਿੱਚ ਸਹੀ ਜਵਾਬ ਮੈਂ ਤੁਹਾਨੂੰ ਸਿੱਧਾ ਹੀ ਦੱਸ ਦਿੰਨਾ ਜੀ, ਐਬਿਲਿਟੀ ਦਾ ਸਹੀ ਜਵਾਬ ਹੋਊਗਾ, ਕਿਉਂਕਿ ਜਿਹੜੀਆਂ ਬਾਕੀ ਸਾਰੀਆਂ ਚੀਜ਼ਾਂ ਨੇ ਕੰਕਰੀਟ ਚੀਜ਼ਾਂ ਹੈਗੀਆਂ ਨੇ। ਮਤਲਬ ਕਿ ਫੋਰਸ ਵੀ ਕੰਕਰੀਟ ਚੀਜ਼ ਤੇ ਲਗਾਓਗੇ, ਮੋਸ਼ਨ ਵਾਲੀ ਜਿਹੜੀ ਚੀਜ਼ ਹੈਗੀ ਆ ਇਹ ਵੀ ਤੁਹਾਨੂੰ ਕੰਕਰੀਟ ਵਾਲੀ ਚੀਜ਼ ਤੇ ਵੇਖਣ ਨੂੰ ਮਿਲੇਗਾ, ਬਟ ਜਿਹੜੀ ਤੁਹਾਡੀ ਐਬਿਲਿਟੀ ਹੈਗੀ ਆ, ਯੋਗਤਾ ਹੈਗੀ ਆ, ਤੁਸੀਂ ਇਹਨੂੰ ਕਿਵੇਂ ਵੇਖ ਸਕਦੇ ਹੋ? ਨਹੀਂ ਵੇਖ ਸਕਦੇ। ਇਹ ਕੋਈ ਕੰਕਰੀਟ ਚੀਜ਼ ਨਹੀਂ ਹੈਗੀ, ਇੱਕ ਅਬਸਟਰੈਕਟ ਥਿੰਕਿੰਗ ਹੈਗੀ ਆ, ਅਮੂਰਤ ਚੀਜ਼ ਹੈਗੀ ਆ ਜਿਹੜੀ ਐਬਿਲਿਟੀ ਆ। ਬਾਕੀ ਸਾਰੀਆਂ ਜਿਹੜੀਆਂ ਚੀਜ਼ਾਂ ਨੇ, ਚੇਅਰ, ਫੋਰਸ, ਮੋਸ਼ਨ, ਇਹ ਸਾਰੀਆਂ ਹੀ ਚੀਜ਼ਾਂ ਕੰਕਰੀਟ ਕਨਸੈਪਟ ਨਾਲ ਸੰਬੰਧ ਰੱਖਦੀਆਂ ਨੇ। ਸੋ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਫੀਲਿੰਗ ਐਂਡ ਰਿਫਲੈਕਟਿੰਗ ਔਨ ਅਦਰਸ ਇਮੋਸ਼ਨ ਲਾਈਕ ਹੈਪੀਨੈਸ ਐਂਡ ਐਂਗਰ ਇਜ਼, ਕਿ ਦੂਜਿਆਂ ਦੀਆਂ ਭਾਵਨਾਵਾਂ ਨੂੰ ਮਹਿਸੂਸ ਕਰਨਾ ਅਤੇ ਪ੍ਰਤੀਬਿੰਬਿਤ ਕਰਨਾ, ਜਿਵੇਂ ਕਿ ਖੁਸ਼ੀ ਅਤੇ ਗੁੱਸਾ, ਕੀ ਇਹ ਪਾਸਿਵ ਸਿੰਪੈਥੀ ਹੈ, ਨਿਸ਼ਕ੍ਰਿਆ ਹਮਦਰਦੀ, ਸੈਂਸਿਟਿਵ ਸੰਵੇਦਨਸ਼ੀਲ, ਇਮੀਟੇਸ਼ਨ ਨਕਲ, ਐਕਟਿਵ ਸਿੰਪੈਥੀ ਸਰਗਮ ਹਮਦਰਦੀ। ਪਾਸਿਵ ਸਿੰਪੈਥੀ ਐਂਡ ਐਕਟਿਵ ਸਿੰਪੈਥੀ ਦਾ ਕੀ ਮਤਲਬ ਹੈ ਜੀ? ਮਤਲਬ ਕਿ ਇਹਦੇ ਵਿੱਚ ਸਿੰਪੈਥੀ ਤਾਂ ਬੰਦਾ ਵਿਖਾਈ ਰਿਹਾ ਨਾ, ਐਂਡ ਇੱਥੇ ਇਹਨਾਂ ਨੇ ਲਿਖਿਆ ਕੀ ਹੋਇਆ ਕਿ ਫੀਲਿੰਗ ਐਂਡ ਰਿਫਲੈਕਟਿੰਗ ਔਨ ਅਦਰਸ ਇਮੋਸ਼ਨ ਲਾਈਕ ਹੈਪੀਨੈਸ ਐਂਡ ਐਂਗਰ। ਠੀਕ ਹੈ ਜੀ। ਸੋ ਇਹ ਸੰਬੰਧ ਰੱਖਦਾ ਹੈ ਸੈਂਸਿਟਿਵ ਨਾਲ, ਸੰਵੇਦਨਸ਼ੀਲ ਨਾਲ। ਠੀਕ ਹੈ ਜੀ। ਆਪਸ਼ਨ ਨੰਬਰ ਇਹਦਾ ਬੀ ਹੋਏਗਾ ਸਹੀ ਜਵਾਬ। ਕਈ ਵਾਰ ਤੁਸੀਂ ਸੁਣਿਆ ਵੀ ਹੋਊਗਾ ਕਿ ਉਹ ਜਿਹੜਾ ਫਲਾਨਾ ਪਰਸਨ ਆ ਬੜਾ ਹੀ ਸੈਂਸਿਟਿਵ ਹੈ ਜੀ, ਕਿ ਉਹ ਦੂਜਿਆਂ ਦੀਆਂ ਨਾ ਵੀ ਫੀਲਿੰਗਸ ਨੂੰ ਲੈ ਕੇ, ਜਾਂ ਫਿਰ ਕੋਈ ਵੀ ਜਦੋਂ ਦੁੱਖ ਹੁੰਦਾ, ਕੋਈ ਖੁਸ਼ ਹੁੰਦਾ, ਦੁੱਖ ਹੁੰਦਾ, ਉਹ ਤੇ ਬਹੁਤ ਛੇਤੀ ਰਿਐਕਟ ਕਰਦਾ ਜਾਂ ਕਰਦੀ ਹੈ। ਸੋ ਆਪਸ਼ਨ ਨੰਬਰ ਬੀ ਤੁਹਾਡਾ ਸਹੀ ਜਵਾਬ ਹੈ। ਐਂਡ ਆਪਾਂ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਆਪਸ਼ਨ ਨੰਬਰ ਤੁਸੀਂ ਬੀ ਨੂੰ ਕਰ ਲਓਗੇ ਟਿਕ। ਅਗਲਾ ਪ੍ਰਸ਼ਨ ਵੇਖਦੇ ਹਾਂ। ਦ ਕੰਸੈਪਟ ਆਫ ਡੈਸ਼ ਵਾਜ ਇੰਟਰੋਡਿਊਸਡ ਬਾਏ ਅਲਫਰੈਡ ਐਡਲਰ। ਡੈਸ਼ ਦੀ ਧਾਰਨਾ ਅਲਫਰੈਡ ਐਡਲਰ ਦੁਆਰਾ ਪੇਸ਼ ਕੀਤੀ ਗਈ ਸੀ। ਸਟੈਟਿਕ ਕੁਐਸਚਨ ਪੁੱਛ ਲਿਆ ਗਿਆ ਕਿ ਅਲਫਰੈਡ ਐਡਲਰ ਦੁਆਰਾ ਕਿਹੜਾ ਕੰਸੈਪਟ ਦਿੱਤਾ ਗਿਆ ਸੀਗਾ, ਕਿ ਉਹ ਓਡੀਪਸ ਕੰਪਲੈਕਸ ਹੈ, ਜਾਂ ਫਿਰ ਇਨਫੀਰੀਅਰਿਟੀ ਕੰਪਲੈਕਸ ਹੈ, ਹੀਣਤਾ ਕੰਪਲੈਕਸ ਕਹਿ ਸਕਦੇ ਹਾਂ, ਮੈਂਟਲ ਹੈਲਥ, ਜਾਂ ਫਿਰ ਬੁਰਿਸ਼ ਐਂਡ ਕੋਰਸ। ਸਹੀ ਜਵਾਬ ਤੁਹਾਡਾ ਕੀ ਹੈ ਜੀ? ਜੇਕਰ ਆਪਾਂ ਗੱਲ ਕਰੀਏ, ਅਲਫਰੈਡ ਐਡਲਰ ਨੇ ਦਿੱਤਾ ਸੀਗਾ ਇਨਫੀਰੀਅਰਿਟੀ ਕੰਪਲੈਕਸ। ਹੀਣਤਾ ਕੰਪਲੈਕਸ ਕਿਹਦੇ ਦੁਆਰਾ ਦਿੱਤਾ ਗਿਆ ਸੀਗਾ? ਅਲਫਰੈਡ ਐਡਲਰ ਦੁਆਰਾ। ਐਂਡ ਦੋਸਤੋ ਜੇਕਰ ਆਪਾਂ ਪਹਿਲੇ ਕੰਸੈਪਟ ਦੀ ਗੱਲ ਕਰੀਏ, ਓਡੀਪਸ ਕੰਪਲੈਕਸ, ਓਡੀਪਲ ਕੰਪਲੈਕਸ ਦਿੱਤਾ ਗਿਆ ਸੀਗਾ ਸਿਗਮੰਡ ਫਰਾਇਡ ਦੁਆਰਾ, ਜਿਹਦੇ ਵਿੱਚ ਜਿਹੜੇ ਮੇਨਲੀ ਬॉयਜ਼ ਹੁੰਦੇ ਹੈਗੇ ਆ, ਛੋਟੇ ਬੱਚੇ, ਉਹਨਾਂ ਦਾ ਜਿਹੜਾ ਝੁਕਾਵ ਹੁੰਦਾ ਜਾਂ ਫਿਰ ਉਹਨਾਂ ਦੀ ਜਿਹੜੀ ਅਟਰੈਕਸ਼ਨ ਹੁੰਦੀ ਆ, ਉਹ ਹੁੰਦੀ ਹੈ ਆਪਦੀ ਮਦਰ ਵੱਲ ਜ਼ਿਆਦਾ ਐਜ਼ ਕੰਪੇਅਰ ਟੂ ਮਤਲਬ ਕਿ ਫਾਦਰ ਦੇ। ਠੀਕ ਹੈ ਨਾ। ਮਤਲਬ ਛੋਟੇ ਜਿਹੜੇ ਬੱਚੇ ਹੁੰਦੇ ਆ, ਉਹਨਾਂ ਦਾ ਜਿਹੜਾ ਅਟਰੈਕਸ਼ਨ ਹੈ, ਜਾਂ ਫਿਰ ਤੁਸੀਂ ਵੇਖਿਆ ਹੋਣਾ ਕਿ ਜਿਹੜੇ ਛੋਟੇ ਬੱਚੇ ਹੁੰਦੇ ਆ ਬॉयਜ਼, ਉਹ ਆਪਣੀਆਂ ਮਾਵਾਂ ਦਾ ਬਹੁਤ ਕਰਦੇ ਆ, ਮਾਵਾਂ ਨਾਲ ਬਹੁਤ ਜ਼ਿਆਦਾ ਪਿਆਰ ਹੁੰਦਾ। ਸੋ ਇਹਦੇ ਵਿੱਚ ਇਹੀ ਗੱਲ ਦੱਸੀ ਹੋਈ ਆ ਓਡੀਪਸ ਕੰਪਲੈਕਸ ਦੇ ਵਿੱਚ। ਇੱਕ ਇਲੈਕਟਰਾ ਕੰਪਲੈਕਸ ਵੀ ਹੁੰਦਾ, ਜਿਹਦੇ ਵਿੱਚ ਮੇਨਲੀ ਜਿਹੜੀਆਂ ਫੀਮੇਲਸ ਹੁੰਦੀਆਂ ਨੇ, ਉਹਨਾਂ ਦਾ ਜਿਹੜਾ ਝੁਕਾਵ ਹੁੰਦਾ ਉਹ ਆਪਦੇ ਪਾਪਾ ਵੱਲ ਹੁੰਦਾ ਆ, ਫਾਦਰ ਸਾਹਿਬ ਵੱਲ ਹੁੰਦਾ, ਉਹਨੂੰ ਆਪਾਂ ਇਲੈਕਟਰਾ ਕੰਪਲੈਕਸ ਕਹਿ ਦਿੰਦੇ ਆ। ਬਟ ਓਡੀਪਸ ਜਿਹੜਾ ਕੰਪਲੈਕਸ ਹੈਗਾ, ਇਹ ਤੁਹਾਨੂੰ ਮੇਨਲੀ ਛੋਟੇ ਜਿਹੜੇ ਬॉयਜ਼ ਹੁੰਦੇ ਆ ਉਹਨਾਂ ਵਿੱਚ ਵੇਖਣ ਨੂੰ ਮਿਲਦਾ ਹੈ। ਐਂਡ ਇਹ ਦਿੱਤਾ ਗਿਆ ਸੀਗਾ ਕੰਸੈਪਟ ਸਿਗਮੰਡ ਫਰਾਇਡ ਦੁਆਰਾ। ਸੋ ਆਪਸ਼ਨ ਨੰਬਰ ਤੁਸੀਂ ਬੀ ਨੂੰ ਕਰ ਸਕਦੇ ਹੋ ਟਿਕ। ਤੇ ਇਹਦੇ ਨਾਲ ਹੀ ਆਪਣੀ ਜਿਹੜੇ ਪ੍ਰਸ਼ਨ ਹੈਗੇ ਆ ਇਹ ਖਤਮ ਹੋ ਰਹੇ ਆ। ਉਮੀਦ ਕਰਦਾ ਸੈਸ਼ਨ ਨੂੰ ਤੁਸੀਂ ਇੰਜੋਏ ਜ਼ਰੂਰ ਕੀਤਾ ਹੋਊਗਾ। ਜੇਕਰ ਕੀਤਾ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਐਂਡ ਵੀਡੀਓ ਨੂੰ ਲਾਈਕ ਵੀ ਕਰ ਸਕਦੇ ਹੋ। ਕਮੈਂਟ ਕਰਕੇ ਜ਼ਰੂਰ ਦੱਸਿਓ 10 ਵਿੱਚੋਂ ਕਿੰਨੇ ਨੰਬਰ ਆਏ ਨੇ। ਐਂਡ ਮੇਰਾ ਥੋੜਾ ਜਿਹਾ ਗਲਾ ਵੀ ਖਰਾਬ ਸੀ, ਮੇ ਵੀ ਤੁਹਾਨੂੰ ਜਿਹੜੀ ਆਵਾਜ਼ ਹੈਗੀ ਥੋੜੀ ਜਿਹੀ ਡਿਫਰੈਂਟ ਵੀ ਲੱਗ ਰਹੀ ਹੋਵੇ। ਸੋ ਇਹਦੇ ਲਈ ਮਾਫੀ ਚਾਹੁੰਦਾ। ਇਸ ਦੇ ਨਾਲ ਇਹ ਵੀਡੀਓ ਨੂੰ ਕਰਦੇ ਹਾਂ ਖਤਮ। ਥੈਂਕ ਯੂ ਸੋ ਮਚ ਫॉर ਵਾਚਿੰਗ। ਗॉड ਬlesਸ ਯੂ ਆਲ।